ਸੋ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੀ ਆਪਣੀ ਚੈਨਲ ਰਮਨ ਇੰਸਟੀਟਿਊਟ 'ਤੇ, ਅਤੇ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਸਾਡਾ 6th ਕਲਾਸ ਦਾ ਜਿਹੜਾ ਚੈਪਟਰ ਚੱਲਦਾ ਪਿਆ ਸੀ 13 ਨੰਬਰ ਹਿਸਟਰੀ ਦਾ, ਉਸ ਬਾਰੇ ਡਿਸਕਸ ਕਰਾਂਗੇ। ਸੋ ਅਸੀਂ ਇੱਕ ਪਹਿਲਾਂ ਜਿਹੜੀ ਸੀਰੀਜ਼ ਸ਼ੁਰੂ ਕੀਤੀ ਸੀ 6th ਕਲਾਸ ਤੋਂ 12th ਤੱਕ ਦੀਆਂ ਜਿਹੜੀਆਂ ਬੁੱਕਸ ਨੇਗੀਆਂ, ਉਹਨਾਂ ਦੇ ਚੈਪਟਰ ਹਿਸਟਰੀ, ਜਿਓਗ੍ਰਾਫੀ, ਪੋਲੀਟੀਕਲ ਦੇ ਜਿਹੜੇ ਅਸੀਂ ਡਿਸਕਸ ਕਰਨੇ ਸੀ। ਸੋ ਉਹਨਾਂ ਦਾ ਜਿਹੜਾ ਚੈਪਟਰ ਨੰਬਰ 13 ਹੁਣ ਚੱਲਦਾ ਪਿਆ ਸੀਗਾ। ਸੋ ਅੱਜ ਅਸੀਂ ਉਸ ਦੀ ਵੀਡੀਓ ਜਿਹੜੀ ਅਪਲੋਡ ਕਰ ਰਹੇ ਹਾਂ। ਸੋ ਆਸ ਕਰਦਾ ਹਾਂ ਕਿ ਵੀਡੀਓ ਸਭ ਲਈ ਹੈਲਪਫੁਲ ਰਹੇਗੀ, ਸਭ ਲਈ ਇੰਟਰਸਟਿੰਗ ਰਹੇਗੀ। ਔਰ ਜੇਕਰ ਵੀਡੀਓ ਅੱਛੀ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਔਰ ਸ਼ੇਅਰ ਜ਼ਰੂਰ ਕਰ ਦਿਓ। ਸੋ ਜਿਹੜੇ ਵਿਦਿਆਰਥੀ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸੋ ਸ਼ੁਰੂ ਕਰਦੇ ਅੱਜ ਦਾ ਸੈਸ਼ਨ। ਸੋ ਅੱਜ ਅਸੀਂ ਜਿਹੜੇ ਪਹਿਲੇ ਕਾਫੀ ਸਾਰੇ ਜਿਹੜੇ ਚੈਪਟਰ ਉਹ ਅਪਲੋਡ ਕੀਤੇ ਹਨ, ਉਹਨਾਂ ਦੀ ਪਲੇਲਿਸਟ ਜਿਹੜੀ ਬਣੀ ਹੋਈ ਹੈ ਉਹ ਤੁਸੀਂ ਸਾਡੇ YouTube ਚੈਨਲ ਦੇ ਉੱਪਰ ਜਾ ਕੇ ਪਲੇਲਿਸਟ ਜਿਹੜੀ 6th ਕਲਾਸ ਦੀਆਂ ਬੁੱਕਸ ਨੇਗੀਆਂ ਉਹਨਾਂ ਦੇ ਵਿੱਚ ਤੁਹਾਨੂੰ ਮਿਲ ਜੂਗੀ। ਤੁਸੀਂ ਉਹ ਪ੍ਰੀਵੀਅਸ ਵੀਡੀਓ ਦੇਖ ਸਕਦੇ ਹੈਗੇ। ਸੋ ਅੱਜ ਦਾ ਸਾਡਾ ਜਿਹੜਾ ਚੈਪਟਰ ਹੈਗਾ ਉਹ 13 ਨੰਬਰ ਚੈਪਟਰ ਹੈਗਾ ਹਿਸਟਰੀ ਦਾ। ਸੋ ਮੌਰੀਆ ਅਤੇ ਸੁੰਗ ਜਿਹੜਾ ਕਾਲ ਹੈ ਉਸ ਦੇ ਬਾਰੇ ਹੈਗਾ 300 ਈਸਵੀ ਪੂਰਵ ਤੋਂ ਲੈ ਕੇ 200 ਈਸਵੀ ਪੂਰਵ ਦਾ ਜਿਹੜਾ ਕਾਲ ਇਸ ਦੇ ਵਿੱਚ ਐਡ ਕੀਤਾ ਹੋਇਆ ਹੈਗਾ। ਸੋ ਇਸ ਕਾਲ ਦੌਰਾਨ ਜੋ ਕੁਝ ਹੋਇਆ ਹੈ ਉਸ ਦੇ ਬਾਰੇ ਅਸੀਂ ਡਿਸਕਸ ਕਰਾਂਗੇ। ਸੋ ਚੌਥੀ ਸੱਤਾਵਨ ਈਸਵੀ ਪੂਰਵ ਵਿੱਚ ਜਿਹੜੇ ਅੰਤਮ ਹਿੱਸੇ ਦੇ ਵਿੱਚ ਮੌਰੀਆ ਸਾਮਰਾਜ ਦੀ ਜਿਹੜੀ ਸਥਾਪਨਾ ਦੇ ਨਾਲ ਹੀ ਭਾਰਤ ਦੇ ਇਤਿਹਾਸ ਦੇ ਵਿੱਚ ਇੱਕ ਨਵਾਂ ਯੁੱਗ ਹੁੰਦਾ ਹੈ। ਜਿਵੇਂ ਹੀ ਸਾਡੇ ਇੰਡੀਆ ਦੇ ਵਿੱਚ ਅਸੀਂ ਗੱਲ ਕਰੀਏ, ਮੌਰੀਆ ਸਾਮਰਾਜ ਦਾ ਜਿਹੜਾ ਸਥਾਪਨਾ ਹੁੰਦਾ ਹੈਗਾ, ਸੈੱਟ ਹੋ ਜਾਂਦੇ ਉੱਥੇ ਇੱਕ ਵਾਰ ਉਹ, ਤਾਂ ਸਾਡੇ ਦਾ ਸਾਰਾ ਸਿਸਟਮ ਹੈ ਜਿਹੜਾ ਉਹ ਚੇਂਜ ਹੋ ਜਾਂਦਾ, ਨਵੀਆਂ ਸਾਰਾ ਕੁਛ ਜਿਹੜਾ ਆ ਜਾਂਦਾ ਹੈ, ਨਵੇਂ ਜਿਹੜੇ ਰੂਲ ਰੈਗੂਲੇਸ਼ਨ ਆ ਜਾਂਦੇ ਨੇਗੇ। ਤਾਂ ਇਸੇ ਤਰੀਕੇ ਦੇ ਨਾਲ ਜਿਹੜਾ ਉਹ ਸ਼ੁਰੂਆਤ ਹੁੰਦੀ ਹੈਗੀ ਆ। ਸੋ 326 ਈਸਵੀ ਪੂਰਵ ਵਿੱਚ ਸਿਕੰਦਰ ਜਿਹੜਾ ਮਕਦੂਨੀਆ ਦਾ ਇੱਕ ਮਹਾਨ ਯੂਨਾਨੀ ਜੇਤੂ ਸੀਗਾ ਨੇ ਭਾਰਤ ਉੱਤੇ ਹਮਲਾ ਕੀਤਾ। ਉਸਨੇ ਬਿਆਸ ਨਦੀ ਤੱਕ ਪੰਜਾਬ ਵਿੱਚ ਉੱਤਰ ਪੱਛਮ ਦੇ ਕਈ ਰਾਜਿਆਂ ਨੂੰ ਹਰਾਇਆ ਸੀਗਾ। ਪਹਿਲਾਂ ਉਸਨੇ ਤਕਸ਼ਿਲਾ ਪਾਕਿਸਤਾਨ ਜਿਹੜੇ ਇਸਲਾਮਾਬਾਦ ਦੇ ਨੇੜੇ ਹੈ ਦੇ ਰਾਜਾ ਅੰਬੀ ਨੂੰ ਹਰਾਇਆ ਸੀਗਾ। ਪੋਰਸ, ਜਿਸ ਨੂੰ ਪਰੂ ਦੇ ਨਾਮ ਨਾਲ ਲੈਂਦਾ ਹੈ, ਜਿਸ ਨੇ ਸਿਕੰਦਰ ਦਾ ਜਿਹੜਾ ਡਟ ਕੇ ਮੁਕਾਬਲਾ ਕੀਤਾ ਸੀ ਅਤੇ ਸਿਕੰਦਰ ਉਸ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਗਿਆ ਸੀਗਾ। ਔਰ ਸਿਕੰਦਰ ਜਿਹੜਾ ਉਸ ਦੁਆਰਾ ਹਰਾਇਆ ਜਾਣ ਵਾਲਾ ਇੱਕ ਹੋਰ ਪ੍ਰਸਿੱਧ ਰਾਜਾ ਸੀਗਾ, ਯਾਨੀ ਕਿ ਜਿਹੜਾ ਪੋਰਸ ਸੀਗਾ ਉਸਨੇ ਸਿਕੰਦਰ ਨੂੰ ਜਿਹੜਾ ਹਰਾਇਆ ਸੀਗਾ। ਸਿਕੰਦਰ ਦੇ ਜਿਹੜੇ ਸੈਨਿਕ ਸੀਗੇ ਉਹ ਪੰਜਾਬ ਦੇ ਲੋਕਾਂ ਦੀ ਬਹਾਦਰੀ ਦੇਖ ਕੇ, ਉਹਨਾਂ ਦੇ ਲੜਨ ਦੀ ਜਿਹੜੀ ਸਮਰੱਥਾ ਦੇਖ ਕੇ ਉਹ ਡਰ ਗਏ ਸੀਗੇ। ਉਹਨਾਂ ਨੂੰ ਲੱਗਦਾ ਸੀ ਕਿ ਉਹ ਸ਼ਾਇਦ ਨਹੀਂ ਜਿੱਤ ਪਾਉਣਗੇ, ਪਰ ਫਿਰ ਵੀ ਉਹ ਕੋਸ਼ਿਸ਼ ਕਰਦੇ ਰਹੇ ਸਿਕੰਦਰ ਦੀ ਅਗਵਾਈ ਦੇ ਹੇਠ, ਪਰ ਅੰਤ ਦੇ ਵਿੱਚ ਉਹਨਾਂ ਨੂੰ ਹਾਰ ਦਾ ਜਿਹੜਾ ਸਾਹਮਣਾ ਕਰਨਾ ਪਿਆ। ਔਰ ਉਹ ਲਗਾਤਾਰ ਜਿਹੜਾ ਯੁੱਧ ਕਰਨ ਦੇ ਕਾਰਨ ਵੀ ਥੱਕ ਗਏ ਸੀਗੇ ਜਿਹੜੇ ਸਿਕੰਦਰ ਦੇ ਸੈਨਿਕ ਸੀਗੇ। ਔਰ ਨਾਲ ਹੀ ਇਸ ਕਾਰਨ ਜਿਹੜਾ ਸਿਕੰਦਰ ਨੂੰ ਜਿਹੜਾ ਬਿਆਸ ਨਦੀ ਤੋਂ ਹੀ ਵਾਪਸ ਮੁੜਨਾ ਪਿਆ ਸੀ, ਉਹ ਇੰਡੀਆ ਦੇ ਵਿੱਚ ਜਿਹੜਾ ਐਂਟਰ ਨਹੀਂ ਹੋ ਸਕਿਆ ਸੀਗਾ। ਠੀਕ ਹੈ ਜੀ। ਸੋ ਆ ਜਾਂਦਾ ਨੈਕਸਟ ਮੌਰੀਆ ਵੰਸ਼। ਸੋ ਮੌਰੀਆ ਵੰਸ਼ ਜਿਹੜਾ ਉਹ ਸਿਕੰਦਰ ਦੀ ਵਾਪਸੀ ਦੇ ਸਮੇਂ ਅਨੇਕਾਂ ਛੋਟੇ ਛੋਟੇ ਰਾਜਾਂ ਦੇ ਵਿੱਚ ਵੰਡਿਆ ਹੋਇਆ ਸੀਗਾ। ਅਤੇ ਮਗਧ ਵਿੱਚ ਜਿਹੜਾ ਰਾਜ ਕਰਨ ਵਾਲਾ ਨੰਦ ਵੰਸ਼ ਸੀਗਾ ਉਹ ਬਹੁਤ ਜ਼ਿਆਦਾ ਬਦਨਾਮ ਹੋਇਆ ਸੀਗਾ। ਸੋ ਉਸਦੀਆਂ ਜਿਹੜੀਆਂ ਨੀਤੀਆਂ ਸੀ ਲੋਕਾਂ ਦੇ ਪੱਖ ਵਿੱਚ ਨਹੀਂ ਸੀ। ਲੋਕਾਂ ਦਾ ਉਹ ਬਹੁਤ ਸਾਰਾ ਜਿਹੜਾ ਸ਼ੋਸ਼ਣ ਕਰਦਾ ਸੀਗਾ, ਲੋਕਾਂ ਨੂੰ ਕੋਈ ਸਹੂਲਤਾਂ ਜਿਹੜੀਆਂ ਪ੍ਰੋਵਾਈਡ ਨਹੀਂ ਕਰਦਾ ਸੀ, ਜਿਸ ਕਰਕੇ ਮਗਧ ਦਾ ਜਿਹੜਾ ਰਾਜਾ ਸੀਗਾ ਉਹ ਨੰਦ ਵੰਸ਼ ਦਾ ਸੀਗਾ ਉਹ ਬਦਨਾਮ ਹੋ ਚੁੱਕਿਆ ਸੀਗਾ। ਔਰ ਇਸੇ ਦੇ ਨਾਲ ਹੀ ਚੰਦਰਗੁਪਤ ਮੌਰੀਆ ਨੇ ਜਿਹੜਾ ਆਪਣੇ ਗੁਰੂ ਚਾਣਕਿਆ ਦੀ ਜਿਹੜੀ ਸਹਾਇਤਾ ਦੇ ਨਾਲ 321 ਈਸਵੀ ਪੂਰਵ ਦੇ ਵਿੱਚ ਲਗਭਗ ਨੰਦ ਵੰਸ਼ ਨੂੰ ਜਿਹੜਾ ਖਤਮ ਕਰਕੇ ਮੌਰੀਆ ਵੰਸ਼ ਦੀ ਜਿਹੜੀ ਨੀਂਹ ਰੱਖ ਦਿੱਤੀ ਸੀਗੀ। ਸੋ ਗੁਰੂ ਜਿਹੜਾ ਉਸਦਾ ਚਾਣਕਿਆ ਸੀ ਇੱਕ ਬਹੁਤ ਹੀ ਫੇਮਸ ਔਰ ਪ੍ਰਸਿੱਧ ਪਰਸਨੈਲਿਟੀ ਸੀਗੀ। ਸੋ ਇਹਨਾਂ ਨੇ ਕਾਫੀ ਕੁਛ ਜਿਹੜਾ ਚੰਦਰਗੁਪਤ ਮੌਰੀਆ ਦੇ ਲਈ ਕੀਤਾ ਸੀਗਾ। ਸੋ ਉਹਨਾਂ ਨੂੰ ਇੱਕ ਰਸਤੇ ਦੇ ਵਿੱਚੋਂ ਹੀ ਮਿਲਿਆ ਸੀਗਾ ਚਾਣਕਿਆ, ਬਟ ਉਹਨਾਂ ਨੇ ਆਪਣੇ ਦਰਬਾਰ ਦੇ ਵਿੱਚ ਲਿਆ ਕੇ ਉਹਨੂੰ ਕਾਫੀ ਕੁਛ ਜਿਹੜਾ ਟ੍ਰੇਨ ਕੀਤਾ। ਉਹਨਾਂ ਦਾ ਮਾਇੰਡ ਦੇਖ ਕੇ ਉਸਨੂੰ ਜਿਹੜਾ ਪ੍ਰਧਾਨ ਮੰਤਰੀ ਜਿਹੜਾ ਨਿਯੁਕਤ ਕੀਤਾ ਹੋਇਆ ਸੀਗਾ। ਸੋ ਸਾਰੀਆਂ ਨੀਤੀਆਂ ਜਿਹੜੀਆਂ ਬਣਾਈਆਂ ਜਾਂਦੀਆਂ ਸੀ ਉਹ ਚਾਣਕਿਆ ਦੇ ਦੁਆਰੇ ਹੀ ਬਣਾਈਆਂ ਜਾਂਦੀਆਂ ਸੀਗੀਆਂ ਚੰਦਰਗੁਪਤ ਮੌਰੀਆ ਦੇ ਸਮੇਂ। ਸੋ ਮੌਰੀਆ ਸਾਮਰਾਜ ਸੀਗਾ ਜਿਹੜਾ ਉਹ ਕਾਫੀ ਵਿਸਤਾਰ ਸੀਗਾ ਉਸਦਾ। ਠੀਕ ਹੈ। ਸੋ ਨੌਰਥ ਪਾਰਟ ਜਿਹੜਾ ਸਾਡਾ ਇੰਡੀਆ ਦਾ, ਉਸ ਦੇ ਵਿੱਚ ਉਸਦਾ ਪੂਰਾ ਵਿਸਤਾਰ ਸੀਗਾ। ਔਰ ਸਾਡਾ ਵੈਸਟ ਐਂਡ ਈਸਟ ਜਿਹੜਾ ਪਾਰਟ ਸੀ ਉਸ ਦੇ ਵਿੱਚ ਵੀ ਪੂਰਾ ਦਾ ਪੂਰਾ ਜਿਹੜਾ ਫੈਲਿਆ ਹੋਇਆ ਸੀਗਾ। ਐਂਡ ਨਾਲ ਹੀ ਸਾਊਥ ਦੇ ਜਿਹੜਾ ਚੌਲ ਵੰਸ਼ ਜਿਹੜਾ ਸੀਗਾ ਉੱਥੋਂ ਤੱਕ ਫੈਲਿਆ ਹੋਇਆ ਸੀਗਾ। ਠੀਕ ਹੈ ਜੀ। ਕਾਵੇਰੀ ਨਦੀ ਜਿਹੜੀ ਆ ਜਾਂਦੀ ਹੈ ਉੱਥੋਂ ਤੱਕ ਜਿਹੜਾ ਇਹ ਏਰੀਆ ਫੈਲਿਆ ਹੋਇਆ ਸੀਗਾ। ਠੀਕ ਹੈ। ਸਾਊਥ ਦਾ ਇਹ ਵਾਲਾ ਏਰੀਆ ਸਾਰਾ ਇੱਥੋਂ ਤੱਕ ਜਿਹੜਾ ਸਾਰਾ ਦਾ ਸਾਰਾ ਮੌਰੀਆ ਸਾਮਰਾਜ ਦੇ ਅੰਡਰ ਆ ਜਾਂਦਾ ਸੀਗਾ। ਸੋ ਨੈਕਸਟ ਹੈ ਜੀ। ਸੋ ਵੰਸ਼ ਕੀ ਹੁੰਦਾ ਹੈ। ਸੋ ਇਸ ਤਰ੍ਹਾਂ ਦੇ ਕੁਐਸਚਨ ਵੀ ਆ ਜਾਂਦੇ ਆ ਕਿ ਵੰਸ਼ ਤੋਂ ਕੀ ਕਿਹਾ ਜਾਂਦਾ ਹੈ। ਸੋ ਜਦੋਂ ਇੱਕ ਹੀ ਪਰਿਵਾਰ ਦੇ ਕਈ ਮੈਂਬਰ ਇੱਕ ਦੇ ਬਾਅਦ ਇੱਕ ਰਾਜਾ ਬਣਦੇ ਹਨ ਤਾਂ ਉਹਨਾਂ ਨੂੰ ਇੱਕ ਹੀ ਵੰਸ਼ ਦਾ ਜਿਹੜਾ ਕਿਹਾ ਜਾਂਦਾ ਹੈਗਾ, ਯਾਨੀ ਕਿ ਇੱਕ ਹੀ ਰਾਜੇ ਦਾ ਵੰਸ਼ ਕਿਹਾ ਜਾ ਸਕਦਾ ਹੈਗਾ ਗਾ। ਜਿਵੇਂ ਕਿ ਮੌਰੀਆ ਕਾਲ ਦੇ ਵਿੱਚ ਅਗਲੇ ਉਹਨਾਂ ਦੇ ਆਉਣ ਵਾਲੇ ਵੰਸ਼ ਹੀ ਜਿਹੜੇ ਰਾਜ ਕਰਦੇ ਰਹੇ ਨੇਗੇ। ਸੋ ਉਸੇ ਤਰੀਕੇ ਨਾਲ ਉਹ ਵੰਸ਼ ਸੀਗਾ। ਸੋ ਇਸ ਕਾਲ ਦੇ ਵਿੱਚ ਸਾਨੂੰ ਜਿਹੜਾ ਇਸ ਸਮੇਂ ਦੀ ਜਿਹੜੀ ਮਹੱਤਵਪੂਰਨ ਜਾਣਕਾਰੀ ਦਿੰਦਾ ਹੈਗਾ ਗਾ, ਸੋ ਉਹ 2 ਪੁਸਤਕਾਂ ਨੇਗੀਆਂ। ਠੀਕ ਹੈ। ਇੱਕ ਪੁਸਤਕ ਹੈਗੀ ਜਿਹੜੀ ਕੋਟੈਲਾ ਦੇ ਦੁਆਰਾ ਲਿਖੀ ਗਈ ਹੈਗੀ ਹੈ। ਠੀਕ ਹੈ। ਜਿਸ ਨੂੰ ਅਰਥ ਸ਼ਾਸਤਰ ਕਿਹਾ ਜਾਂਦਾ ਹੈਗਾ ਗਾ।
ਕੌਟਿਲਿਆ ਜਿਹੜਾ ਉਹ ਚਾਣਕਿਆ ਦਾ ਦੂਜਾ ਨਾਮ ਸੀਗਾ, ਔਰ ਉਹ ਇੱਕ ਮਹਾਨ ਵਿਦਵਾਨ ਵੀ ਸੀਗਾ ਔਰ ਤਕਸ਼ਲਾ ਵਿਸ਼ਵ ਵਿਦਿਆਲੇ ਦੇ ਵਿੱਚ ਅਧਿਆਪਕ ਰਿਹਾ ਸੀਗਾ। ਚੰਦਰਗੁਪਤ ਨੂੰ ਮਗਧ ਦਾ ਰਾਜਾ ਬਣਾਉਣ ਤੋਂ ਬਾਅਦ ਚਾਣਕਿਆ ਜਿਹੜਾ ਉਹ ਮੌਰੀਆ ਸਾਮਰਾਜ ਦਾ ਪ੍ਰਧਾਨ ਮੰਤਰੀ ਬਣ ਗਿਆ ਸੀਗਾ, ਚੰਦਰਗੁਪਤ ਨੂੰ ਮਗਧ ਰਾਜਾ ਬਣਾਉਣ ਤੋਂ ਬਾਅਦ। ਠੀਕ ਹੈ, ਔਰ ਅਰਥ ਸ਼ਾਸਤਰ ਤੋਂ ਸਾਨੂੰ ਮੌਰੀਆ ਰਾਜ ਪ੍ਰਬੰਧ ਬਾਰੇ ਜਾਣਕਾਰੀ ਮਿਲਦੀ ਹੈ ਕਿ ਕਿਸ ਤਰੀਕੇ ਦਾ ਉੱਥੋਂ ਦਾ ਸਿਸਟਮ ਸੀਗਾ। ਠੀਕ ਆ, ਔਰ ਕਿਵੇਂ ਉੱਥੋਂ ਦਾ ਜਿਹੜਾ ਰਾਜਾ ਵਰਕ ਕਰਦਾ ਸੀਗਾ, ਕਿਹੜੇ ਕਿਹੜੇ ਅਧਿਕਾਰੀ ਹੁੰਦੇ ਸੀ, ਉਹ ਸਾਰਾ ਅਰਥ ਸ਼ਾਸਤਰ ਦੇ ਵਿੱਚ ਮਿਲ ਜਾਂਦਾ ਹੈਗਾ ਗਾ। ਦੂਸਰੀ ਬੁੱਕ ਜਿਹੜੀ ਆ ਜਾਂਦੀ ਹੈਗੀ ਆ ਉਹ ਮੈਗਸਥਨੀਜ਼ ਆ ਜਾਂਦੀ ਹੈਗੀ। ਮੈਗਸਥਨੀਜ਼ ਦੇ ਦੁਆਰਾ ਲਿਖੀ ਗਈ ਹੈਗੀ ਜਿਸ ਨੂੰ ਕਿ ਇੰਡਿਕਾ ਦਾ ਨਾਮ ਦਿੱਤਾ ਹੈਗਾ ਗਾ। ਇਹ ਦੂਜੀ ਪੁਸਤਕ ਹੈ ਜੋ ਮੌਰੀਆ ਕਾਲ ਦੇ ਨਾਲ ਸੰਬੰਧਿਤ ਸਾਨੂੰ ਬਹੁਤ ਹੀ ਮਹੱਤਵਪੂਰਨ ਜਿਹੜੀ ਜਾਣਕਾਰੀ ਦਿੰਦੀ ਹੈਗੀ ਆ। ਮੈਗਸਥਨੀਜ਼ ਜਿਹੜੇ ਚੰਦਰਗੁਪਤ ਮੌਰੀਆ ਦੇ ਦਰਬਾਰ ਦੇ ਵਿੱਚ ਸੈਲਿਊਕਸ ਨਿਕਤਰ ਦਾ ਯੂਨਾਨੀ ਰਾਜਦੂਤ ਸੀਗਾ, ਜਿਹੜਾ ਕਿ ਚੰਦਰਗੁਪਤ ਮੌਰੀਆ ਦੇ ਦਰਬਾਰ ਵਿੱਚ ਸੀਗਾ। ਔਰ ਇਸ ਤੋਂ ਸਾਨੂੰ ਜਿਹੜਾ ਅਸ਼ੋਕ ਦੇ ਦੁਆਰਾ ਜਿਹੜੇ ਵੱਡੇ ਵੱਡੇ ਪੱਥਰਾਂ ਉੱਤੇ ਅਤੇ ਪੱਥਰਾਂ ਦੇ ਜਿਹੜੇ ਸਤੰਭ 'ਤੇ ਲਿਖਵਾਏ ਗਏ ਸ਼ਿਲਾਲੇਖ ਵੀ ਮਿਲਦੇ ਹਨ। ਕਈ ਸਥਾਨਾਂ ਤੋਂ ਸਾਨੂੰ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਅਗਵਾਈ ਕਰਨ ਵਾਲੀਆਂ, ਠੀਕ ਹੈ, ਰਾਜ ਦੀਆਂ ਜਿਹੜੀਆਂ ਦਿਸ਼ਾਵਾਂ ਦੇ ਵਿੱਚ ਕੰਮ ਕਰਨ ਵਾਲੇ ਸੀ, ਉਹਨਾਂ ਦੇ ਉਦੇਸ਼ ਕੀ ਸੀਗੇ, ਉਹਨਾਂ ਨੂੰ ਕਿੱਥੇ ਕਿੱਥੇ ਲਿਖਿਆ ਗਿਆ, ਉਹਨਾਂ ਤੋਂ ਜਿਹੜੀ ਸਾਨੂੰ ਜਾਣਕਾਰੀ ਮਿਲਦੀ ਹੈ। ਸਤੰਭ ਵਗੈਰਾ ਹੋ ਗਏ ਨੇ, ਸ਼ਿਲਾਲੇਖ ਹੋ ਗਏ, ਉਹਨਾਂ ਸਾਰਿਆਂ ਤੋਂ ਸਾਨੂੰ ਜਿਹੜੀ ਮੌਰੀਆ ਸਾਮਰਾਜ ਦੇ ਬਾਰੇ ਜਾਣਕਾਰੀ ਮਿਲਦੀ ਹੈ। ਪਰ ਪ੍ਰਮੁੱਖ ਜਿਹੜੇ ਦੋ ਨੇਗੇ ਮੌਰੀਆ ਸਾਮਰਾਜ ਦੇ ਨਾਲ ਸੰਬੰਧਿਤ, ਇੱਕ ਅਰਥ ਸ਼ਾਸਤਰ ਆ ਜਾਂਦਾ ਹੈ, ਦੂਸਰਾ ਜਿਹੜੀ ਇੰਡਿਕਾ ਪੁਸਤਕ ਆ ਜਾਂਦੀ ਹੈਗੀ। ਸੋ ਜਿਹੜੀ ਅਰਥ ਸ਼ਾਸਤਰ ਆ ਜਾਂਦੀ ਹੈ ਇਹ ਕੌਟਿਲਿਆ ਦੇ ਦੁਆਰਾ ਲਿਖੀ ਗਈ ਹੈ, ਮੈਗਸਥਨੀ ਦੇ ਦੁਆਰਾ ਇੰਡਿਕਾ ਪੁਸਤਕ ਲਿਖੀ ਗਈ ਹੈਗੀ ਹੈ। ਚੰਦਰਗੁਪਤ ਮੌਰੀਆ ਸਾਰੇ ਭਾਰਤ ਨੂੰ ਇੱਕ ਸੂਤਰ ਦੇ ਵਿੱਚ ਕਰਨ ਵਾਲਾ ਪਹਿਲਾ ਵਿਅਕਤੀ ਸੀ। ਬਹੁਤ ਇੰਪੋਰਟੈਂਟ ਹੈਗਾ ਗਾ ਕਿ ਭਾਰਤ ਨੂੰ ਪਹਿਲੀ ਵਾਰ ਇੱਕ ਸੂਤਰ ਦੇ ਵਿੱਚ ਕਰਨ ਵਾਲਾ ਕਿਹੜਾ ਰਾਜਾ ਸੀ, ਤਾਂ ਉਹ ਚੰਦਰਗੁਪਤ ਮੌਰੀਆ ਸੀਗਾ। ਉਸਨੇ ਭਾਰਤ ਨੂੰ ਇੱਕ ਸੂਤਰ ਦੇ ਵਿੱਚ ਜਿਹੜਾ ਪਰੋ ਦਿੱਤਾ ਸੀ, ਇਕੱਠਾ ਜਿਹੜਾ ਕਰ ਦਿੱਤਾ ਸੀਗਾ। ਔਰ ਉਸਨੇ ਸੈਲਕਿਊਸ, ਜਿਸ ਨੂੰ ਸਿਕੰਦਰ ਨੇ ਭਾਰਤ ਤੋਂ ਵਾਪਸ ਜਾਣ ਸਮੇਂ ਅਫਗਾਨਿਸਤਾਨ ਦਾ ਜਿਹੜਾ ਰਾਜਾ ਬਣਾਇਆ ਸੀਗਾ, ਉਸ ਨੂੰ ਹਰਾਇਆ ਸੀਗਾ। ਔਰ ਇਸ ਹਾਰ ਤੋਂ ਬਾਅਦ ਸੈਲਕਿਊਸ ਨੂੰ ਅਫਗਾਨਿਸਤਾਨ ਦਾ ਇੱਕ ਵੱਡਾ ਹਿੱਸਾ ਜਿਹੜਾ ਚੰਦਰਗੁਪਤ ਨੂੰ ਦੇਣਾ ਪਿਆ ਸੀ, ਜਿਹੜਾ ਕਿ ਮੌਰੀਆ ਸਾਮਰਾਜ ਦਾ ਹਿੱਸਾ ਬਣ ਗਿਆ ਸੀ। ਇਸ ਦੇ ਵਿੱਚੋਂ ਚੰਦਰਗੁਪਤ ਦਾ ਸਾਮਰਾਜ ਉੱਤਰ ਪੱਛਮ ਦੇ ਵਿੱਚ ਜਿਹੜਾ ਸੀਗਾ ਅਫਗਾਨਿਸਤਾਨ ਤੋਂ ਲੈ ਕੇ ਦੱਖਣ ਵਿੱਚ ਕਰਨਾਟਕਾ ਤੱਕ ਸੀਗਾ, ਔਰ ਪੂਰਬ ਦੇ ਵਿੱਚ ਅਸਾਮ ਤੋਂ ਲੈ ਕੇ ਪੱਛਮ ਵਿੱਚ ਗੁਜਰਾਤ ਤੱਕ ਫੈਲਿਆ ਹੋਇਆ ਸੀ। ਜਾਣੀ ਕਿ ਕਾਫੀ ਵਿਸਤਾਰਿਤ ਏਰੀਆ ਸੀਗਾ, ਜਾਣੀ ਕਿ ਬਹੁਤ ਵੱਡੇ ਏਰੀਏ ਦੇ ਵਿੱਚ ਜਿਹੜਾ ਚੰਦਰਗੁਪਤ ਮੌਰੀਆ ਦਾ ਸਾਮਰਾਜ ਫੈਲਿਆ ਹੋਇਆ ਸੀਗਾ। ਔਰ ਚੰਦਰਗੁਪਤ ਜਿਹੜਾ ਮੌਰੀਆ ਸੀਗਾ ਉਸਨੇ ਰਾਜ ਕੀਤਾ ਹੈ 321 ਈਸਵੀ ਪੂਰਵ ਤੋਂ ਲੈ ਕੇ 297 ਈਸਵੀ ਪੂਰਵ ਤੱਕ ਰਾਜ ਕੀਤਾ ਹੈਗਾ ਗਾ ਭਾਰਤ ਦੇ ਵਿੱਚ। ਔਰ ਇਸ ਤੋਂ ਬਾਅਦ ਉਸਦਾ ਜਿਹੜਾ ਪੁੱਤਰ ਸੀਗਾ ਬਿੰਦੂਸਾਰ, ਉਸਨੇ 25 ਸਾਲ ਜਿਹੜਾ ਰਾਜ ਕੀਤਾ ਸੀਗਾ ਭਾਰਤ ਦੇ ਵਿੱਚ। ਨੈਕਸਟ ਹੈ ਜੀ ਅਸ਼ੋਕ ਜਿਹੜਾ ਮਹਾਨ ਹੈ, ਅਸ਼ੋਕ ਮਹਾਨ ਬਹੁਤ ਪ੍ਰਸਿੱਧ ਪਰਸਨੈਲਿਟੀ ਹੈ, ਸਾਰੇ ਹੀ ਤਕਰੀਬਨ ਇਸ ਬਾਰੇ ਜਾਣਦੇ ਨੇਗੇ। ਸੋ ਬਿੰਦੂਸਾਰ ਦੀ ਮੌਤ ਸੀਗੀ ਜਿਹੜੀ, ਉਸ ਤੋਂ ਬਾਅਦ 273 ਈਸਵੀ ਦੇ ਵਿੱਚ ਉਸਦਾ ਪੁੱਤਰ ਸੀਗਾ ਜਿਹੜਾ ਅਸ਼ੋਕ ਰਾਜਾ ਬਣਿਆ ਸੀਗਾ। ਅਸ਼ੋਕ ਦੀ ਗਿਣਤੀ ਜਿਹੜੀ ਉਹ ਸੰਸਾਰ ਦੇ ਸਭ ਤੋਂ ਮਹਾਨ ਰਾਜਿਆਂ ਦੇ ਵਿੱਚ ਕੀਤੀ ਜਾਂਦੀ ਹੈ। ਸੋ ਇਹੋ ਜਿਹਾ ਰਾਜਾ ਹੋਰ ਕਿਤੇ ਵੀ ਦੁਨੀਆ ਦੇ ਵਿੱਚ ਨਹੀਂ ਦੇਖਣ ਨੂੰ ਮਿਲਿਆ। ਸੋ ਅਸ਼ੋਕ ਵਰਗੀ ਪਰਸਨੈਲਿਟੀ ਕਿਤੇ ਵੀ ਹੋਰ ਨਹੀਂ ਮਿਲਣੀ ਹੈਗੀ। ਸੋ ਉਹ ਆਪਣੇ ਸ਼ਾਂਤੀ ਅਤੇ ਮਾਨਵਤਾ ਦੇ ਸੰਦੇਸ਼ ਦੇ ਲਈ ਪੂਰੇ ਵਿਸ਼ਵ ਦੇ ਵਿੱਚ ਪ੍ਰਸਿੱਧ ਹੈਗਾ ਗਾ। ਸੋ ਉਸਨੇ ਮਾਨਵਤਾ ਦੀ ਜਿਹੜੀ ਸੇਵਾ ਕੀਤੀ ਹੈ ਅਤੇ ਨਾਲ ਹੀ ਸ਼ਾਂਤੀ ਸਥਾਪਿਤ ਕਰਨ ਦੇ ਵਿੱਚ ਜਿਹੜਾ ਵੱਡਾ ਯੋਗਦਾਨ ਪਾਇਆ ਹੋਇਆ ਹੈਗਾ ਗਾ। 261 ਈਸਵੀ ਪੂਰਵ ਵਿੱਚ ਉਸਨੇ ਜਿਹੜਾ ਕਲਿੰਗ ਦਾ ਯੁੱਧ ਉੜੀਸਾ ਵਿਖੇ ਜਿਹੜਾ ਹੈ ਕਲਿੰਗਾ, ਉੱਥੇ ਜਿੱਤ ਪ੍ਰਾਪਤ ਕੀਤੀ ਸੀਗੀ। ਔਰ ਇਸੇ ਜਿੱਤ ਦੇ ਵਿੱਚ ਕੀ ਸੀਗੇ ਲੱਖਾਂ ਲੋਕ ਜਿਹੜੇ ਮਾਰੇ ਗਏ ਸੀ, ਬਹੁਤ ਸਾਰੇ ਜਿਹੜੇ ਜ਼ਖਮੀ ਹੋ ਗਏ ਸੀਗੇ, ਬਹੁਤ ਸਾਰਿਆਂ ਨੂੰ ਕੈਦ ਕਰ ਲਿੱਤਾ ਗਿਆ ਸੀਗਾ। ਅਸ਼ੋਕ ਨੂੰ ਕੀ ਸੀਗਾ ਇਸ ਖੂਨ ਖਰਾਬੇ ਤੋਂ ਦੇਖ ਕੇ ਜਿਹੜਾ ਬਹੁਤ ਵੱਡਾ ਸਦਮਾ ਲੱਗਿਆ ਸੀ, ਜਿਸ ਦੇ ਕਾਰਨ ਕੀ ਉਸਨੇ ਹਮੇਸ਼ਾ ਦੇ ਲਈ ਜਿਹੜਾ ਲੜਾਈ ਦਾ ਤਿਆਗ ਕਰ ਦਿੱਤਾ ਗਿਆ ਸੀ। ਸੋ ਇਹ ਕੁਐਸਚਨ ਬਣ ਜਾਂਦਾ ਇੰਪੋਰਟੈਂਟ ਕਿ ਕਿਸ ਲੜਾਈ ਤੋਂ ਬਾਅਦ ਜਿਹੜਾ ਅਸ਼ੋਕ ਨੇ ਯੁੱਧ ਕਰਨਾ ਛੱਡ ਦਿੱਤਾ ਸੀ ਜਾਂ ਲੜਾਈ ਨੂੰ ਜਿਹੜਾ ਤਿਆਗ ਦਿੱਤਾ ਸੀ, ਤਾਂ ਉਹ 261 ਈਸਵੀ ਪੂਰਵ ਦੇ ਵਿੱਚ ਜਿਹੜਾ ਕਲਿੰਗ ਦਾ ਯੁੱਧ ਹੋਇਆ ਸੀਗਾ, ਉਸ ਤੋਂ ਬਾਅਦ ਉਸਨੇ ਲੜਾਈ ਕਰਨੀ ਜਿਹੜੀ ਉਹ ਤਿਆਗ ਦਿੱਤੀ ਸੀਗੀ। ਔਰ ਇਸ ਤੋਂ ਬਾਅਦ ਉਸਨੇ ਕੀ ਹੈ ਬੁੱਧ ਧਰਮ ਨੂੰ ਮੰਨਣਾ ਜਿਹੜਾ ਸ਼ੁਰੂ ਕਰ ਦਿੱਤਾ ਸੀ, ਬੁੱਧ ਧਰਮ ਦਾ ਪ੍ਰਸਾਰ ਕਰਨਾ ਸ਼ੁਰੂ ਕਰ ਦਿੱਤਾ ਸੀਗਾ, ਉਸਦੇ ਉਦੇਸ਼ਾਂ ਨੂੰ ਜਿਹੜਾ ਮੰਨਣਾ ਸ਼ੁਰੂ ਕਰ ਦਿੱਤਾ ਸੀਗਾ। ਉਸਨੇ ਬੋਧੀ ਤੀਰਥ ਜਿਵੇਂ ਕਿ ਬੋਧ ਗਿਆ ਹੋ ਗਿਆ, ਸਾਰਨਾਥ ਹੋ ਗਿਆ, ਲੁੰਬਨੀ ਹੋ ਗਿਆ ਆਦਿ ਯਾਤਰਾਵਾਂ ਵੀ ਕੀਤੀਆਂ ਸੀਗੀਆਂ। ਔਰ ਸਾਰੇ ਦੇਸ਼ ਦੇ ਵਿੱਚ ਹਜ਼ਾਰਾਂ ਹੀ ਸਤੂਪ ਜਿਹੜੇ ਬਣਵਾਏ ਸੀਗੇ ਬੁੱਧ ਧਰਮ ਦੇ ਲਈ, ਠੀਕ ਹੈ। ਔਰ ਮਹਾਤਮਾ ਬੁੱਧ ਜੀ ਦੇ ਸੰਦੇਸ਼ ਨੂੰ ਫੈਲਾਉਣ ਦੇ ਲਈ ਉਸਨੇ ਆਪਣੇ ਦੂਤ ਵੱਖ ਜਿਹੜੀਆਂ ਕੰਟਰੀਆਂ ਸੀ ਉੱਥੇ ਪਹੁੰਚਾਏ ਨੇਗੇ। ਔਰ ਆਪਣੇ ਪੁੱਤਰ ਮਹਿੰਦਰ ਅਤੇ ਪੁੱਤਰੀ ਸੰਘਮਿੱਤਰਾ ਨੂੰ ਸ਼੍ਰੀਲੰਕਾ ਦੇ ਵਿੱਚ ਬੁੱਧ ਧਰਮ ਦਾ ਪ੍ਰਚਾਰ ਕਰਨ ਦੇ ਲਈ ਭੇਜਿਆ ਸੀਗਾ, ਤਾਂ ਜੋ ਉਹ ਸ਼ਾਂਤੀ ਅਤੇ ਮਾਨਵਤਾ ਦਾ ਜਿਹੜਾ ਸੰਦੇਸ਼ ਆ ਉਹ ਪੂਰੇ ਵਿਸ਼ਵ ਦੇ ਵਿੱਚ ਫੈਲਾ ਸਕਣ। ਸੋ ਬਹੁਤ ਹੀ ਮਹਾਨ ਰਾਜੇ ਦੇ ਰੂਪ ਦੇ ਵਿੱਚ ਇਹਨਾਂ ਨੂੰ ਜਾਣਿਆ ਜਾਂਦਾ ਹੈਗਾ ਗਾ। ਅਸ਼ੋਕ ਨੇ ਆਪਣਾ ਜਿਹੜਾ ਸਾਰਾ ਜੀਵਨ ਸੀਗਾ ਬਾਕੀ ਪ੍ਰਜਾ ਦੇ ਲਈ ਲਾ ਦਿੱਤਾ ਸੀਗਾ ਉਸਨੇ, ਠੀਕ ਹੈ, ਮਾਨਵਤਾ ਦੀ ਭਲਾਈ ਕਰਨ ਦੇ ਲਈ ਉਸਨੇ ਲਾ ਦਿੱਤਾ ਸੀਗਾ। ਔਰ ਪੂਰਾ ਦਾ ਪੂਰਾ ਜਿਹੜੀ ਜ਼ਿੰਦਗੀ ਆਪਣੀ ਉਹ ਲੋਕਾਂ ਦੇ ਲਈ ਉਸਨੇ
ਜ਼ਰੂਰੀ ਕਰ ਦਿੱਤੀ ਸੀਗੀ ਕਿ ਸਾਰਾ ਕੁਛ ਲੋਕਾਂ ਦੇ ਲਈ ਹੈ, ਲੋਕਾਂ ਦੀ ਜਿਹੜੀ ਸੇਵਾ ਕਰਨੀ ਉਹਨਾਂ ਨੇ। ਸੋ ਇਹ ਉਦੇਸ਼ ਉਸਨੇ ਆਪਣੀ ਜ਼ਿੰਦਗੀ ਦਾ ਬਣਾ ਲਿਆ ਸੀ। ਉਸਨੇ ਆਪਣੇ ਸੰਦੇਸ਼ ਜਿਹੜੇ ਉਹ ਚਟਾਨਾਂ ਅਤੇ ਪੱਥਰਾਂ ਦੇ ਉੱਪਰ ਜਿਹੜੇ ਖਦਵਾ ਦਿੱਤੇ ਸੀਗੇ, ਤਾਂ ਕਿ ਕੋਈ ਵੀ ਵਿਅਕਤੀ ਜਦੋਂ ਵੀ ਕਿਤੇ ਵੀ ਆਵੇਗਾ ਤਾਂ ਉਹ ਇਹਨਾਂ ਸੰਦੇਸ਼ਾਂ ਨੂੰ ਪੜ੍ਹ ਲਵੇਗਾ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਉਦੇਸ਼ਾਂ ਨੂੰ ਕੀ ਹੈਗਾ ਅਪਣਾਵੇਗਾ ਅਤੇ ਉਹਨਾਂ ਦੀ ਪਾਲਣਾ ਕਰਕੇ ਲੋਕਾਂ ਦਾ ਭਲਾ ਕਰਨ ਦੇ ਵਿੱਚ ਯੋਗਦਾਨ ਪਾਵੇਗਾ। ਸ਼ਿਕਾਰ ਖੇਡਣਾ ਵੀ ਉਸਨੇ ਜਿਹੜਾ ਛੱਡ ਦਿੱਤਾ ਸੀਗਾ। ਜਾਨਵਰਾਂ ਅਤੇ ਪੰਛੀਆਂ ਨੂੰ ਮਾਰਨ ਦੇ ਉੱਪਰ ਉਸਨੇ ਰੋਕ ਲਗਾ ਦਿੱਤੀ ਸੀਗੀ। ਉਸਨੇ ਯਾਤਰੀਆਂ ਦੇ ਲਈ ਸੜਕਾਂ ਅਤੇ ਸਰਾਵਾਂ, ਖੂਹ ਖਦਵਾਏ, ਮਨੁੱਖਾਂ ਅਤੇ ਪਸ਼ੂਆਂ ਦੇ ਲਈ ਹਸਪਤਾਲ ਬਣਾਏ। ਸੋ ਇੰਨੇ ਵਧੀਆ ਜਿਹੜੇ ਕੰਮ ਉਹਨਾਂ ਨੇ ਕੀਤੇ ਸੀ। ਸੋ ਇਸੇ ਕਾਰਨ ਕਰਕੇ ਸਿਕੰਦਰ ਨੂੰ ਜਿਹੜਾ ਇੱਕ ਮਹਾਨ ਰਾਜੇ ਦੇ ਰੂਪ ਦੇ ਵਿੱਚ ਜਾਣਿਆ ਜਾਂਦਾ, ਜਿਸ ਨੇ ਕਿ ਲੋਕਾਂ ਦੀ ਭਲਾਈ ਦੇ ਲਈ ਇੰਨਾ ਕੁਛ ਜਿਹੜਾ ਬਣਾ ਕੇ ਪੇਸ਼ ਕੀਤਾ ਹੈ, ਤਾਂ ਜੋ ਲੋਕ ਜਿਹੜੇ ਚੰਗੇ ਤਰੀਕੇ ਨਾਲ ਜੀ ਸਕਣ। ਸੋ ਉਸਨੇ ਲੋਕਾਂ ਦੇ ਜਨ ਕਲਿਆਣ ਦਾ ਸੰਦੇਸ਼ ਫੈਲਾਉਣ ਦੇ ਲਈ ਖਾਸ ਅਧਿਕਾਰੀ ਨਿਯੁਕਤ ਕੀਤੇ ਹੋਏ ਸੀਗੇ, ਜੋ ਕਿ ਲੋਕਾਂ ਦਾ ਕਲਿਆਣ ਕਰਨ। ਜੇਕਰ ਕੋਈ ਕਿਸੇ ਪ੍ਰਕਾਰ ਦੀ ਠੱਗੀ ਚੋਰੀ ਕਰ ਰਿਹਾ ਤਾਂ ਉਸ ਦੇ ਲਈ ਵੀ ਉਸਨੇ ਆਪਣੇ ਜਿਹੜੇ ਵੱਡੇ ਅਧਿਕਾਰੀ ਰੱਖੇ ਹੋਏ ਸੀ, ਜੋ ਇਸ ਦੇ ਉੱਪਰ ਹਰ ਪਲ ਨਜ਼ਰ ਰੱਖਦੇ ਸੀ ਕਿ ਕਿਸੇ ਪ੍ਰਕਾਰ ਦਾ ਲੋਕਾਂ ਦਾ ਜਿਹੜਾ ਸ਼ੋਸ਼ਣ ਨਾ ਹੋ ਸਕੇ। ਉਸਨੇ ਸਭ ਨੂੰ ਜਿਹੜਾ ਅਹਿੰਸਾ ਦਾ ਪਾਲਣਾ ਕਰਨਾ ਸਿਖਾਇਆ ਸੀਗਾ। ਨਾਲ ਹੀ ਵੱਡਿਆਂ ਦਾ ਆਦਰ ਕਰਨਾ, ਛੋਟਿਆਂ ਨਾਲ ਪਿਆਰ ਕਰਨਾ, ਨੌਕਰਾਂ ਨਾਲ, ਸਾਰੇ ਜੀਵ ਜੰਤੂਆਂ ਨਾਲ ਪਿਆਰ ਅਤੇ ਦਇਆ ਕਰਨ ਦਾ ਜਿਹੜਾ ਭਾਵ ਰੱਖਣ ਦਾ ਉਸਨੇ ਸੰਦੇਸ਼ ਦਿੱਤਾ ਸਾਰੇ ਲੋਕਾਂ ਨੂੰ। ਉਸਨੇ ਗਰੀਬਾਂ ਨੂੰ ਦਾਨ ਦੇਣਾ ਅਤੇ ਸਭ ਤੋਂ ਵੱਡਾ ਧਰਮ ਕਿਹਾ ਹੈਗਾ ਗਾ, ਠੀਕ ਆ। ਔਰ ਨਾਲ ਹੀ ਧਰਮ ਦਾ ਜਿਹੜਾ ਆਦਰ ਕਰਨ ਦੇ ਲਈ ਵੀ ਉਸਨੇ ਕਿਹਾ ਹੈਗਾ ਗਾ। ਔਰ ਉਸ ਦੀਆਂ ਜਿਹੜੀਆਂ ਸਿੱਖਿਆਵਾਂ ਸੀ ਉਸ ਨੂੰ ਅਸ਼ੋਕ ਥੰਮ ਦੇ ਨਾਲ ਜਾਣਿਆ ਜਾਂਦਾ ਹੈਗਾ ਗਾ। ਸੋ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈਗਾ ਗਾ ਕਿ ਅਸ਼ੋਕ ਦੀ ਜਿਹੜੀਆਂ ਸਿੱਖਿਆਵਾਂ ਸੀ ਜਾਂ ਸੰਦੇਸ਼ ਸੀਗੇ, ਉਹਨਾਂ ਨੂੰ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ, ਤਾਂ ਉਹਨਾਂ ਨੂੰ ਅਸ਼ੋਕ ਥੰਮ ਦੇ ਨਾਮ ਜਾਣਿਆ ਜਾਂਦਾ ਹੈ ਜਾਂ ਅਸ਼ੋਕ ਦਾ ਧਰਮ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ ਗਾ। ਸੋ 232 ਈਸਵੀ ਪੂਰਵ ਦੇ ਵਿੱਚ ਅਸ਼ੋਕ ਦੀ ਜਿਹੜੀ ਮੌਤ ਹੋ ਗਈ ਸੀਗੀ, ਠੀਕ ਹੈ। ਔਰ ਮੌਤ ਤੋਂ ਛੇਤੀ ਬਾਅਦ ਹੀ ਮੌਰੀਆ ਸਾਮਰਾਜ ਦਾ ਜਿਹੜਾ ਪਤਨ ਸ਼ੁਰੂ ਹੋ ਗਿਆ ਸੀ। ਉਸ ਦਾ ਕਾਰਨ ਇਹ ਸੀ ਕਿ ਉਸਦੇ ਜਿਹੜੇ ਆਉਣ ਵਾਲੇ ਅਧਿਕਾਰੀ ਸੀਗੇ, ਆਉਣ ਵਾਲੇ ਰਾਜੇ ਸੀਗੇ, ਉਹ ਅਯੋਗ ਸੀਗੇ। ਸੋ ਆਖਰੀ ਜਿਹੜਾ ਮੌਰੀਆ ਸਮਰਾਟ ਬ੍ਰਿਹਦ ਸੀਗਾ, ਉਸਦੇ ਸੈਨਾਪਤੀ ਪੁਸ਼ਿਆ ਪਿੱਤਰ ਸੁੰਗ ਨੇ ਮਾਰ ਦਿੱਤਾ ਸੀਗਾ। ਸੋ ਠੀਕ ਹੈ, ਇਸ ਮਰਨ ਦੇ ਨਾਲ ਹੀ ਜਿਹੜਾ ਮੌਰੀਆ ਸਾਮਰਾਜ ਦਾ ਉਹ ਅੰਤ ਹੋ ਜਾਂਦਾ ਹੈ। ਸੋ ਮੌਰੀਆ ਸਾਮਰਾਜ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਪ੍ਰਬੰਧ ਸੀਗਾ ਉੱਥੇ। ਸੋ ਕੌਟਾਲਿਆ ਦੀ ਜਿਹੜੀ ਅਰਥ ਸ਼ਾਸਤਰ ਐਂਡ ਮੈਕਸਤਨ ਜਿਹੜੀ ਇੰਡੀਕਾ ਬੁੱਕ ਹੈਗੀ ਆ, ਉਸ ਤੋਂ ਸਾਨੂੰ ਮੌਰੀਆ ਰਾਜ ਦੇ ਪ੍ਰਬੰਧ ਬਾਰੇ ਵਧੀਆ ਜਾਣਕਾਰੀ ਮਿਲਦੀ ਹੈ। ਔਰ ਇਹ ਇੱਕ ਵੱਡਾ ਅਤੇ ਚੰਗਾ ਰਾਜ ਪ੍ਰਬੰਧ ਸੀਗਾ ਇਸ ਸਮੇਂ ਦੇ ਵਿੱਚ, ਠੀਕ ਹੈ। ਅਜਿਹਾ ਚੰਗਾ ਰਾਜ ਪ੍ਰਬੰਧ ਭਾਰਤ ਦੇ ਇਤਿਹਾਸ ਵਿੱਚ ਕਦੇ ਵੀ ਅਜਿਹਾ ਸਾਨੂੰ ਨਹੀਂ ਦੇਖਣ ਨੂੰ ਮਿਲਿਆ ਹੈ, ਕਿਸੇ ਵੀ ਬੁੱਕ ਦੇ ਵਿੱਚ ਇਸ ਦਾ ਜ਼ਿਕਰ ਨਹੀਂ ਮਿਲਦਾ ਜਿਹੋ ਜਿਹਾ ਜਿਹੜਾ ਰਾਜ ਅਸ਼ੋਕ ਦੇ ਸਮੇਂ ਦੇ ਵਿੱਚ, ਮੌਰੀਆ ਦੇ ਕਾਲ ਦੇ ਵਿੱਚ ਮਿਲਦਾ ਹੈਗਾ। ਸੋ ਰਾਜਾ ਸਮਰਾਜ ਦਾ ਜਿਹੜਾ ਮੁਖੀ ਹੁੰਦਾ ਸੀਗਾ ਅਤੇ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹੁੰਦਾ ਸੀਗਾ। ਉਹ ਲੜਾਈ ਸਮੇਂ ਸੈਨਾ ਦੀ ਅਗਵਾਈ ਕਰਦਾ ਹੁੰਦਾ ਸੀ ਅਤੇ ਨਿਆਂ ਕਰਦਾ ਹੁੰਦਾ ਸੀਗਾ। ਲੋਕ ਭਲਾਈ ਦੇ ਕੰਮਾਂ ਦੀ ਨਿਗਰਾਨੀ ਵੀ ਕਰਦਾ, ਕਰ ਵੀ ਲਗਾਉਂਦਾ ਸੀ ਅਤੇ ਉਸ ਦੀ ਸਹਾਇਤਾ ਦੇ ਲਈ ਇੱਕ ਮੰਤਰੀ ਪਰਿਸ਼ਦ ਦੀ ਜਿਹੜੀ ਵਿਵਸਥਾ ਕੀਤੀ ਹੁੰਦੀ ਸੀ। ਇਹ ਇੰਪੋਰਟੈਂਟ ਹੈ, ਨੋਟ ਕਰ ਲੈਣੀ ਕਿ ਮੌਰੀਆ ਸਾਮਰਾਜ ਦੇ ਵਿੱਚ ਪ੍ਰਧਾਨ ਜਿਹੜਾ ਰਾਜਾ, ਉਸ ਦੀ ਸਹਾਇਤਾ ਦੇ ਲਈ ਇੱਕ ਮੰਤਰੀ ਪਰਿਸ਼ਦ ਦਾ ਜਿਹੜਾ ਨਿਰਮਾਣ ਕੀਤਾ ਜਾਂਦਾ ਸੀ, ਉਸ ਦੀ ਸਹਾਇਤਾ ਕਰਦਾ ਸੀ। ਮੰਤਰੀਆਂ ਨੂੰ ਇਸ ਸਮੇਂ ਦੇ ਵਿੱਚ ਅਮਾਤਜ ਵੀ ਕਿਹਾ ਜਾਂਦਾ ਸੀਗਾ। ਇਹ ਵੀ ਇੰਪੋਰਟੈਂਟ ਹੈਗਾ ਗਾ ਕਿ ਮੰਤਰੀਆਂ ਨੂੰ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ ਸੀ। ਸੋ ਇਹ ਅਮਰਤਜ ਸੀਗਾ। ਸੋ ਕਈ ਹੋਰ ਵੱਡੇ ਅਫਸਰ ਸੀਗੇ, ਜਿਵੇਂ ਕਿ ਯੁਵਰਾਜ ਹੋ ਗਿਆ, ਸਨਿਤਾਤਾ ਮੁੱਖ ਖਜ਼ਾਨਕੀ ਹੋ ਜਾਂਦਾ ਹੈਗਾ ਗਾ, ਸਮਾਹਰਤਾ ਜਿਹੜਾ ਇਕੱਠੇ ਕਰਨ ਵਾਲਾ ਅਧਿਕਾਰੀ ਹੈ, ਲੇਖਾ ਜੋਖਾ ਰੱਖਣ ਵਾਲਾ ਅਧਿਕਾਰੀ ਆ ਜਾਂਦਾ ਸੀ। ਬਹੁਤ ਸਾਰੇ ਹੋਰ ਜਿਹੜੇ ਵਿਭਾਗਾਂ ਦੇ ਅਧਿਕਾਰੀ ਸੀ, ਜਿਵੇਂ ਕਿ ਜੰਗਲਾਂ ਦਾ ਹੋ ਗਿਆ, ਖਾਣਾਂ ਦਾ ਹੋ ਗਿਆ, ਵਿਦੇਸ਼ੀ ਯਾਤਰੀਆਂ ਦਾ ਹੋ ਗਿਆ। ਸੋ ਇਹ ਸਾਰੇ ਦੇ ਸਾਰੇ ਮੌਰੀਆ ਸਾਮਰਾਜ ਦੇ ਵਿੱਚ ਸੀਗੇ, ਵਿਕਸਿਤ ਸੀਗੇ। ਸੋ ਸਾਮਰਾਜ ਨੂੰ ਜਿਹੜਾ ਉਸ ਸਮੇਂ ਪ੍ਰਾਂਤਾਂ ਦੇ ਵਿੱਚ ਵੰਡਿਆ ਹੋਇਆ ਸੀ, ਇਹ ਇੰਪੋਰਟੈਂਟ ਹੈ। ਇਹ ਕੁਐਸਚਨ ਆ ਜਾਂਦਾ ਹੁੰਦਾ ਕਿ ਮੌਰੀਆ ਸਾਮਰਾਜ ਦੇ ਵਿੱਚ ਪ੍ਰਾਂਤਾਂ ਨੂੰ ਜਾਂ ਦੇਸ਼ ਨੂੰ ਕਿਸ ਰੂਪ ਦੇ ਵਿੱਚ ਵੰਡਿਆ ਗਿਆ ਸੀ, ਤਾਂ ਉਸ ਸਮੇਂ ਪ੍ਰਾਂਤਾਂ ਦੇ ਵਿੱਚ ਵੰਡਿਆ ਗਿਆ ਸੀ। ਔਰ ਆਮ ਤੌਰ 'ਤੇ ਜਿਹੜੇ ਰਾਜਕੁਮਾਰਾਂ ਨੂੰ ਕੀ ਹੈ, ਪ੍ਰਾਂਤਾਂ ਦਾ ਗਵਰਨਰ ਬਣਾਇਆ ਜਾਂਦਾ ਸੀ। ਇੱਥੇ ਰਾਜਕ ਮਹਾਮਾਤਰ ਯੁੱਧ ਜਿਹੜੇ ਆਦਿ ਪ੍ਰਾਂਤਾਂ ਵਿੱਚ ਹੋਰ ਅਫਸਰ ਵੀ ਹੁੰਦੇ ਸੀਗੇ, ਠੀਕ ਆ। ਔਰ ਮੌਰੀਆ ਸੈਨਾ ਵਿੱਚ ਪੈਦਲ, ਘੋੜੇ, ਹਾਥੀ ਅਤੇ ਰੱਥ ਜਿਹੜੇ ਉਹ ਸ਼ਾਮਲ ਹੁੰਦੇ ਸੀਗੇ। ਮੌਰੀਆ ਸ਼ਾਸਕ ਕੋਲ ਜਹਾਜ਼ੀ ਬੇੜਾ ਵੀ ਹੁੰਦਾ ਸੀਗਾ। ਔਰ ਮੌਰੀਆ ਦਾ ਜਿਹੜਾ ਜਾਸੂਸੀ ਵਿਭਾਗ ਸੀ ਉਹ ਬਹੁਤ ਜ਼ਿਆਦਾ ਮੌਜੂਦ ਸੀ। ਆਪਾਂ ਪਹਿਲਾਂ ਹੀ ਜ਼ਿਕਰ ਕੀਤਾ ਹੈ ਕਿ ਜਿਹੜਾ ਮੌਰੀਆ ਸਾਮਰਾਜ ਦੇ ਵਿੱਚ ਲੋਕਾਂ ਦੀ ਲੁੱਟ ਖਸੁੱਟ ਨੂੰ ਬਚਾਉਣ ਦੇ ਲਈ ਅਸ਼ੋਕ ਨੇ ਜਿਹੜਾ ਰੱਖਿਆ ਹੋਇਆ ਸੀਗਾ ਆਪਣੇ ਖੁਫੀਆ ਜਿਹੜੀ ਏਜੰਸੀ, ਉਸ ਰੱਖਿਆ ਹੋਇਆ ਸੀਗਾ। ਔਰ ਜਾਸੂਸ ਉਹ ਸਾਰੀਆਂ ਚੀਜ਼ਾਂ ਨੂੰ ਪਤਾ ਕਰਦੇ ਸੀ, ਕਿਤੇ ਵੀ ਕੁਝ ਗੜਬੜ ਨਾ ਹੋ ਜਾਵੇ, ਲੋਕਾਂ ਦਾ ਜਿਹੜਾ ਸ਼ੋਸ਼ਣ ਉਹ ਨਾ ਹੋ ਜਾਵੇ। ਅਤੇ ਹਰ ਇੱਕ ਚੀਜ਼ ਦੀ ਉਹ ਨਜ਼ਰ ਰੱਖਦੇ ਸੀਗੇ। ਦੁਸ਼ਮਣਾਂ ਦੀ ਜਾਣਕਾਰੀ ਵੀ ਇਕੱਠੀ ਕਰਦੇ ਸੀ, ਲੋਕਾਂ ਦੇ ਕੰਮਾਂ ਦੇ ਉੱਪਰ ਵੀ ਉਹ ਜਿਹੜੀ ਨਜ਼ਰ ਰੱਖਦੇ ਹੁੰਦੇ ਸੀਗੇ। ਸੋ ਮੌਰੀਆ ਸਾਮਰਾਜ ਦੇ ਵਿੱਚ ਸਮਾਜਿਕ ਅਤੇ ਆਰਥਿਕ ਸਥਿਤੀ ਕਿਹੋ ਜਿਹੀ ਸੀਗੀ। ਸੋ ਸਮਾਜਿਕ ਹਾਲਤ ਜਿਹੜੀ ਉਹ ਮਹਾਂਜਨਪਦ ਕਾਲ ਦੀ ਤਰ੍ਹਾਂ ਹੀ ਸੀਗੀ, ਜਿਸ ਬਾਰੇ ਅਸੀਂ ਪਹਿਲੇ ਜਿਹੜੇ ਚੈਪਟਰ ਉਸ ਦੇ ਵਿੱਚ ਡਿਸਕਸ ਕਰ ਚੁੱਕੇ ਹੈਗੇ ਹੈਗੇ, ਠੀਕ ਹੈ। ਔਰ ਮੈਕਸਤਨੀ ਨੇ ਲਿਖਿਆ ਸੀਗਾ ਕਿ ਲੋਕ ਭਾਂਤ ਭਾਂਤ ਦੇ ਕਿੱਤੇ ਜਿਹੜੇ ਅਪਣਾਉਂਦੇ ਸੀਗੇ ਇਸ ਸਮੇਂ ਦੇ ਵਿੱਚ। ਪਾਟਲੀਪੁੱਤਰ ਬਹੁਤ ਸਾਰੇ ਵਿਦੇਸ਼ੀ ਆਉਂਦੇ ਰਹਿੰਦੇ ਸੀਗੇ। ਪਾਟਲੀਪੁੱਤਰ ਦੇ ਵਿੱਚ ਜਿਵੇਂ ਤਕਸ਼ਲਾ ਹੋ ਗਿਆ, ਪਾਟਲੀਪੁੱਤਰ
ਅਤੇ ਵਾਰਾਣਸੀ ਜਿਹੜੇ ਉਹ ਸਿੱਖਿਆ ਦੇ ਮਹਾਨ ਕੇਂਦਰ ਮੰਨੇ ਜਾਂਦੇ ਸੀਗੇ ਮੌਰੀਆ ਕਾਲ ਦੇ ਵਿੱਚ। ਇਸਤਰੀਆਂ ਨੂੰ ਪੂਰੀ ਆਜ਼ਾਦੀ ਦਿੱਤੀ ਹੋਈ ਸੀ, ਵੱਖ ਵੱਖ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਸੀਗੇ, ਇੱਕ ਦੂਜੇ ਦਾ ਪੂਰਾ ਆਦਰ ਅਤੇ ਸਤਿਕਾਰ ਕਰਦੇ ਸੀਗੇ, ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਕਰਦੇ ਸੀਗੇ ਛੇਤੀ। ਔਰ ਰਾਜ ਪ੍ਰਬੰਧ ਕਰਨ ਦੇ ਲਈ ਜਿਹੜਾ ਕਰ ਲਗਾਏ ਜਾਂਦੇ ਸੀਗੇ, ਔਰ ਆਮ ਤੌਰ 'ਤੇ ਜਿਹੜਾ ਕਰ ਹੁੰਦਾ ਸੀ ਮੌਰੀਆ ਸਾਮਰਾਜ ਦੇ ਵਿੱਚ ਉਹ ਕਿੰਨਾ ਹੁੰਦਾ ਸੀਗਾ, 1/6 ਭਾਗ ਹੁੰਦਾ ਸੀਗਾ, ਖੇਤੀਬਾੜੀ ਦੇ ਰੂਪ ਦੇ ਵਿੱਚ ਲਿਆ ਜਾਂਦਾ ਸੀਗਾ। ਔਰ ਮੌਰੀਆ ਸਾਮਰਾਜ ਦੇ ਵਿੱਚ ਸਿੰਚਾਈ, ਜੰਗਲਾਤ, ਖਣਿਜ, ਆਯਾਤ ਅਤੇ ਨਿਰਯਾਤ, ਵਪਾਰ, ਉਦਯੋਗਿਕ ਧੰਦਿਆਂ ਦੇ ਉੱਪਰ ਵੀ ਟੈਕਸ ਜਿਹੜੇ ਉਹ ਲਗਾਏ ਜਾਂਦੇ ਸੀਗੇ। ਔਰ ਇਕੱਠੇ ਕੀਤੇ ਧਨ ਨੂੰ ਸੈਨਿਕਾਂ ਅਤੇ ਦੂਜੇ ਅਫਸਰਾਂ ਦੀਆਂ ਜਿਹੜੀਆਂ ਤਨਖਾਹਾਂ ਅਤੇ ਲੋਕ ਭਲਾਈ ਦੇ ਕੰਮਾਂ ਦੇ ਉੱਪਰ ਐਂਡ ਸੜਕਾਂ ਦੇ ਉੱਪਰ ਜਿਹੜਾ ਉਹ ਖਰਚ ਕਰ ਦਿੰਦੇ ਸੀਗੇ, ਖਰਚਾ ਬਣਾਉਣ ਦੇ ਉੱਪਰ, ਸੜਕਾਂ ਬਣਾਉਣ ਦੇ ਉੱਪਰ। ਐਂਡ ਸਿੰਚਾਈ ਦਾ ਪ੍ਰਬੰਧ ਕਰਦੇ ਸੀਗੇ, ਨਾਲ ਹੀ ਹੋਰ ਅਜਿਹੇ ਕੰਮਾਂ ਦੇ ਉੱਪਰ ਵੀ ਕੀਤਾ ਜਾਂਦਾ ਸੀਗਾ ਜੋ ਕਿ ਜ਼ਰੂਰੀ ਹੁੰਦਾ ਸੀ ਉਸ ਸਮੇਂ ਦੇ ਵਿੱਚ। ਚੰਦਰਗੁਪਤ ਮੌਰੀਆ ਨੇ ਗੁਜਰਾਤ ਦੇ ਵਿੱਚ ਸੁਦਰਸ਼ਨ ਨਾਂ ਦੀ ਇੱਕ ਵਿਸ਼ਾਲ ਝੀਲ ਜਿਹੜੀ ਬਣਾਈ ਸੀਗੀ, ਜਿਸ ਨਾਲ ਸਿੰਚਾਈ ਜਿਹੜੀ ਕੀਤੀ ਜਾਂਦੀ ਸੀ। ਸੋ ਇੰਪੋਰਟੈਂਟ ਹੈਗੀ ਹੈ ਕਿ ਚੰਦਰਗੁਪਤ ਮੌਰੀਆ ਨੇ ਕੀ ਬਣਾਇਆ ਸੀਗਾ, ਕਿਸ ਚੀਜ਼ ਦਾ ਨਿਰਮਾਣ ਕੀਤਾ ਹੈ ਵਿਸ਼ਾਲ ਰੂਪ ਦੇ ਵਿੱਚ। ਉਹ ਸੁਦਰਸ਼ਨ ਝੀਲ ਸੀਗੀ ਜਿਹੜੀ ਗੁਜਰਾਤ ਦੇ ਵਿੱਚ ਸੀਗੀ, ਵਿਸ਼ਾਲ ਝੀਲ ਹੈਗੀ ਹੈ ਕਿ। ਸੋ ਮੌਰੀਆ ਕਾਲ ਦੇ ਵਿੱਚ ਕਲਾ ਅਤੇ ਭਵਨ ਦਾ ਜਿਹੜਾ ਨਿਰਮਾਣ ਉਹ ਕਿਸ ਤਰ੍ਹਾਂ ਦਾ ਸੀਗਾ। ਸੋ ਮੌਰੀਆ ਕਾਲ ਜਿਹੜੇ ਸੀਗੇ, ਮੌਰੀਆ ਸਮਰਾਟਾਂ ਨੂੰ ਕਲਾ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀਗਾ, ਸੋ ਉਹ ਕਲਾ ਦੇ ਨਾਲ ਹਮੇਸ਼ਾ ਜੁੜੇ ਰਹੇ ਨੇਗੇ। ਚੰਦਰਗੁਪਤ ਮੌਰੀਆ ਨੇ ਇੱਕ ਵੱਡਾ ਰਾਜ ਮਹਿਲ ਬਣਾਇਆ ਹੋਇਆ ਸੀਗਾ, ਠੀਕ ਹੈ। ਮੈਗਸਤਨੀਜ ਲਿਖਦਾ ਹੈ ਕਿ ਬਹੁਤ ਸਾਰੇ ਸੁੰਦਰ ਮਹਿਲ ਸੀਗੇ, ਠੀਕ ਹੈ। ਅਸ਼ੋਕ ਨੇ ਬਹੁਤ ਸਾਰੇ ਸਤੂਪਾਂ ਦਾ ਵੀ ਨਿਰਮਾਣ ਕਰਵਾਇਆ ਸੀਗਾ। ਐਂਡ ਇਹਨਾਂ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਸਾਂਚੀ ਦਾ ਸਤੂਪ ਜਿਹੜਾ ਉਹ ਬਹੁਤ ਜ਼ਿਆਦਾ ਪ੍ਰਸਿੱਧ ਹੈਗਾ ਗਾ। ਉਹਨਾਂ ਨੇ ਭਿਕਸ਼ੂਆਂ ਅਤੇ ਨਿਰਗ੍ਰੰਥਾਂ ਦੇ ਲਈ ਬਿਹਾਰ ਦੇ ਵਿੱਚ ਨਾਗਾਰਜੁਨ ਅਤੇ ਬਾਰਾਬਰ ਦੀ ਜਿਹੜੇ ਪਹਾੜਾਂ ਦੇ ਵਿੱਚ ਸੁੰਦਰ ਗੁਫਾਵਾਂ ਬਣਾਈਆਂ ਸੀਗੀਆਂ। ਅਸ਼ੋਕ ਦੇ ਸਮੇਂ ਜਿਹੜਾ ਸੀਗਾ ਕਲਾ ਸਭ ਤੋਂ ਸੋਹਣਾ ਨਮੂਨਾ ਸੀਗਾ, ਔਰ ਉਸ ਦੇ ਦੁਆਰਾ ਬਣਾਏ ਪੱਥਰ ਦੇ ਵੱਡੇ ਵੱਡੇ ਜਿਹੜੇ ਸਤੰਭ ਮਿਲਦੇ ਨੇਗੇ। ਸੋ ਆਹ ਫੋਟੋ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਂਚੀ ਜਿਹੜਾ ਸਤੂਪ ਹੈਗਾ ਗਾ, ਔਰ ਨਾਲ ਹੀ ਜਿਹੜੀ ਬਾਰਾਬਰ ਦੀ ਜਿਹੜੀ ਗੁਫਾ ਆ ਜਾਂਦੀ ਹੈਗੀ। ਸੋ ਚਨਾਰ ਦੇ ਪੱਥਰ ਦੇ ਬਣੇ ਜਿਹੜੇ 34 ਫੁੱਟ ਉੱਚੇ ਸਤੰਭ ਨੇਗੇ, ਔਰ ਇਹਨਾਂ ਉੱਤੇ ਬਹੁਤ ਵਧੀਆ ਜਿਹੜੀ ਪਾਲਿਸ਼ ਕੀਤੀ ਹੈ, ਜਿਸ ਵਿੱਚ ਸ਼ੀਸ਼ੇ ਵਾਂਗ ਜਿਹੜੀ ਚਮਕ ਪੈਂਦੀ ਹੈਗੀ ਆ। ਇਹਨਾਂ ਸਤੰਭਾਂ ਦੇ ਉੱਤੇ ਹਾਥੀ, ਬੈਲ ਅਤੇ ਸ਼ੇਰ ਦੀਆਂ ਜਿਹੜੀਆਂ ਮੂਰਤੀਆਂ ਉਹ ਬਣੀਆਂ ਹੋਈਆਂ ਨੇਗੀਆਂ। ਔਰ ਇੱਕ ਅਜਿਹੀ ਮੂਰਤੀ ਹੈ ਜਿਸ ਦੇ ਜਿਹੜੇ 4 ਸ਼ੇਰ ਨੇ ਉਹ ਪਿੱਠ ਲਗਾ ਕੇ ਬੈਠੇ ਦਿਖਾਈ ਦਿੰਦੇ ਨੇ। ਔਰ ਸਾਰਨਾਥ ਜਿਹੜਾ ਉੱਤਰ ਪ੍ਰਦੇਸ਼ ਤੋਂ ਪ੍ਰਾਪਤ ਹੋਈ ਇਹ ਮੂਰਤੀ ਹੁਣ ਸਾਡਾ ਜਿਹੜਾ ਰਾਸ਼ਟਰੀ ਚਿੰਨ੍ਹ ਹੈਗਾ ਗਾ, ਯਾਨੀ ਕਿ ਸਾਰਨਾਥ ਵਿਖੇ ਸਾਨੂੰ ਇਹ ਜਿਹੜੀ ਖੋਜੀਆਂ ਨੂੰ ਇਹ ਪੱਥਰ ਦੀ ਇੱਕ ਮੂਰਤੀ ਮਿਲੀ ਸੀ, ਜਿਸ ਦੇ ਵਿੱਚ 4 ਜਿਹੜੇ ਸ਼ੇਰ ਉਹ ਪਿੱਠ ਲਗਾ ਕੇ ਬੈਠੇ ਹੋਏ ਦਿਖਾਈ ਦਿੰਦੇ ਨੇ। ਸੋ ਇਹੀ ਸਾਡਾ ਜਿਹੜਾ ਰਾਸ਼ਟਰੀ ਚਿੰਨ੍ਹ ਹੈਗਾ ਗਾ। ਸੋ ਇਹਨਾਂ ਸਤੰਭਾਂ ਦੇ ਉੱਪਰ ਅਸ਼ੋਕ ਨੇ ਆਪਣੇ ਜਿਹੜੇ ਲੇਖ ਵੀ ਲਿਖਵਾਏ ਹੋਏ ਆ, ਆਪਣੇ ਵਿਚਾਰ ਵੀ ਜਿਹੜੇ ਲਿਖਵਾਏ ਹੋਏ ਆ ਵੱਖ ਵੱਖ ਤਰ੍ਹਾਂ ਦੇ, ਕਿ ਕਿਸ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਵਿਚਰਨਾ ਹੈ, ਕਿਵੇਂ ਚੰਗੇ ਸਮਾਜ ਦਾ ਨਿਰਮਾਣ ਕਰਨਾ ਹੈ, ਉਹ ਸਾਰਾ ਕੁਛ ਇਸ ਨੇ ਇਹਨਾਂ ਦੇ ਉੱਪਰ ਲਿਖਾਇਆ ਹੋਇਆ ਹੈਗਾ ਸੀਗਾ। ਸੋ ਬਹੁਤ ਸਾਰੀਆਂ ਖੂਬਸੂਰਤ ਮੂਰਤੀਆਂ ਵੀ ਉਹਨਾਂ ਨੇ ਬਣਵਾਈਆਂ ਸੀਗੀਆਂ। ਪਟਨਾ ਦੇ ਨੇੜੇ ਜਿਹੜਾ ਦੀਦਾਰਗੰਜ ਤੋਂ ਪ੍ਰਾਪਤ ਹੋਈ ਮੋਢੇ 'ਤੇ ਚੋਰੀ ਚੁੱਕੀ ਹੋਈ ਇੱਕ ਯਕਸ਼ਨੀ ਦੀ ਜਿਹੜੀ ਮੂਰਤੀ ਬਹੁਤ ਪ੍ਰਸਿੱਧ ਹੈਗੀ। ਸੋ ਨੈਕਸਟ ਆਉਂਦਾ ਹੈਗਾ ਮੌਰੀਆ ਸਾਮਰਾਜ ਦਾ ਪਤਨ। ਸੋ ਮੌਰੀਆ ਸਾਮਰਾਜ ਦਾ ਜਿਹੜਾ ਪਤਨ ਹੁੰਦਾ ਹੈ, ਅਸ਼ੋਕ ਦੀ ਮੌਤ ਦੇ ਪਿੱਛੋਂ ਮੌਰੀਆ ਸਾਮਰਾਜ ਛੋਟੇ ਛੋਟੇ ਰਾਜਾਂ ਦੇ ਵਿੱਚ ਵੰਡਿਆ ਜਾਂਦਾ ਹੈ। ਸੋ ਇਸ ਦੇ ਕਈ ਸਾਰੇ ਜਿਹੜੇ ਕਾਰਨ ਨੇ ਉਹ ਸ਼ਾਮਿਲ ਨੇ। ਸੋ ਇੱਕ ਕਾਰਨ ਜਿਹੜਾ ਆਉਂਦਾ ਇਸ ਦੇ ਵਿੱਚੋਂ ਇਹ ਕਿ ਅਸ਼ੋਕ ਦਾ ਜਿਹੜਾ ਉੱਤਰਾਧਿਕਾਰੀ ਸੀਗਾ ਉਹ ਅਯੋਗ ਸੀਗਾ, ਉਹ ਸਾਮਰਾਜ ਨੂੰ ਠੀਕ ਤਰ੍ਹਾਂ ਕਾਬੂ ਨਹੀਂ ਰੱਖ ਸਕਿਆ ਅਤੇ ਨਾ ਹੀ ਉਸ ਦਾ ਜਿਹੜਾ ਸੰਭਾਲ ਕਰ ਸਕਿਆ ਹੈ। ਸੋ ਦੂਸਰਾ ਕਾਰਨ ਜਿਹੜਾ ਆ ਜਾਂਦਾ ਇਸ ਦੇ ਵਿੱਚ ਕਿ ਉਹ ਆਪਣੇ ਰਾਜ ਵਿੱਚ ਸੜਕਾਂ ਦਾ ਜਾਲ ਜਿਹੜਾ ਨਾ ਵਿਛਾ ਸਕਿਆ, ਜਿਸ ਕਰਕੇ ਉਹ ਪੂਰੇ ਦੇ ਪੂਰੇ ਪ੍ਰਬੰਧ ਨੂੰ ਨਹੀਂ ਦੇ ਸਕੇ, ਕਿਉਂਕਿ ਜਿਹੜਾ ਪ੍ਰਾਂਤਾਂ ਦੇ ਵਿਚਕਾਰ ਵਪਾਰ ਅਤੇ ਆਪਸੀ ਸੰਬੰਧ ਸੀਗਾ ਉਹ ਖਤਮ ਹੋ ਗਿਆ ਸੀਗਾ। ਸਰਕਾਰੀ ਆਮਦਨ ਜਿਹੜੀ ਉਹ ਲਗਾਤਾਰ ਆਮਦ ਤੋਂ ਬਿਨਾਂ ਇੱਕ ਵੱਡੀ ਸੈਨਾ ਦਾ ਪ੍ਰਬੰਧ ਕਰਨਾ ਜਾਂ ਚਲਾਉਣਾ ਔਖਾ ਸੀਗਾ, ਕਿਉਂਕਿ ਏਰੀਆ ਸੀ ਜਿਹੜਾ ਬਹੁਤ ਵਿਸਤਾਰ ਦੇ ਵਿੱਚ ਸੀਗਾ। ਸੋ ਉਸ ਦੇ ਲਈ ਸੜਕਾਂ ਦਾ ਜਾਲ ਜਿਹੜਾ ਉਹ ਜ਼ਰੂਰੀ ਸੀਗਾ, ਤਾਂ ਹੀ ਉਹ ਪੂਰੇ ਦੇਸ਼ ਦੇ ਉੱਪਰ ਕੰਟਰੋਲ ਰੱਖ ਸਕਦਾ ਸੀ, ਨਹੀਂ ਤਾਂ ਨਹੀਂ ਰੱਖ ਸਕਦਾ ਸੀਗਾ। ਸੋ ਤੀਸਰਾ ਜਿਹੜਾ ਕਾਰਨ ਆਉਂਦਾ ਇਹ ਸੀਗਾ ਕਿ ਅਫਸਰ ਜਿਹੜੇ ਉਹ ਭ੍ਰਿਸ਼ਟਾਚਾਰੀ ਹੋ ਚੁੱਕੇ ਸੀ, ਖੁਦ ਮੁਖਤਿਆਰ ਹੋ ਚੁੱਕੇ ਸੀ, ਅਤੇ ਇਸ ਕਰਕੇ ਜਿਹੜਾ ਸ਼ਾਸਨ ਪ੍ਰਬੰਧ ਦੀ ਜਿਹੜੀ ਸਾਰੀ ਵਿਵਸਥਾ ਸੀ ਉਹ ਫੇਲ ਹੋ ਗਈ ਸੀਗੀ। ਔਰ ਚੌਥਾ ਜਿਹੜਾ ਕਾਰਨ ਮੰਨਿਆ ਜਾਂਦਾ ਹੈ ਕਿ ਮੌਰੀਆ ਵੰਸ਼ ਦੇ ਜਿਹੜੇ ਆਖਰੀ ਸ਼ਾਸਕ ਬ੍ਰਿਹਦਰਥ ਸੀਗਾ 184 ਈਸਵੀ ਦੇ ਵਿੱਚ ਪਿਸ਼ੀਆ ਪੁੱਤਰ ਸੁੰਗ ਦਾ ਕਤਲ ਕਰ ਦਿੱਤਾ ਸੀਗਾ, ਜਿਸ ਕਰਕੇ ਮੌਰੀਆ ਵੰਸ਼ ਦਾ ਜਿਹੜਾ ਉਹ ਪਤਨ ਹੋ ਗਿਆ ਸੀਗਾ। ਨੈਕਸਟ ਆ ਜਾਂਦਾ ਹੈਗਾ ਸੁੰਗ ਵੰਸ਼। ਸੁੰਗ ਵੰਸ਼ ਜਿਹੜਾ ਮੌਰੀਆ ਸੈਨਾਪਤੀ ਪੁਸ਼ਿਆ ਮਿੱਤਰ ਸੁੰਗ ਨੇ ਅੰਤਮ ਮੌਰੀਆ ਸਮਰਾਟ ਬ੍ਰਿਹਦਰ ਨੂੰ ਮਾਰ ਕੇ 184 ਈਸਵੀ ਪੂਰਵ ਵਿੱਚ ਰਾਜਗੱਦੀ ਜਿਹੜੀ ਉਹ ਪ੍ਰਾਪਤ ਕੀਤੀ ਸੀਗੀ। ਔਰ ਉਸ ਵੰਸ਼ ਦਾ ਜਿਹੜਾ ਸ਼ੁੰਗ ਵੰਸ਼ ਦੇ ਨਾਮ ਦੇ ਨਾਲ
ਜਾਣਿਆ ਜਾਂਦਾ ਹੈ ਇਸ ਵੰਸ਼ ਨੂੰ। ਸੋ ਪੁਸ਼ਯਾਮਿੱਤਰ ਤਾਂ ਇੱਕ ਸ਼ਕਤੀਸ਼ਾਲੀ ਰਾਜਾ ਸੀਗਾ, ਜਿਸ ਨੇ ਕਈ ਜਿੱਤਾਂ ਪ੍ਰਾਪਤ ਕੀਤੀਆਂ। ਉਸ ਸਮੇਂ ਇੱਕ ਯੂਨਾਨੀ ਹਮਲਾਵਰ ਮਿਨਾਦਰ ਨੇ ਭਾਰਤ ਉੱਤੇ ਹਮਲਾ ਕੀਤਾ ਸੀ। ਪੁਸ਼ਯਾਮਿੱਤਰ ਨੇ ਆਪਣੇ ਪੋਤੇ ਵਸ਼ੂਮਿੱਤਰ ਨੂੰ ਯੂਨਾਨੀਆਂ ਨਾਲ ਲੜਨ ਲਈ ਭੇਜਿਆ ਸੀਗਾ। ਵਸ਼ੂਮਿੱਤਰ ਨੇ ਹਮਲਾਵਰ ਨੂੰ ਸਿੰਧ ਨਦੀ ਦੇ ਕੰਢੇ ਹਰਾਇਆ ਸੀਗਾ ਅਤੇ ਪੁਸ਼ਯਾਮਿੱਤਰ ਨੇ 2 ਅਸਵਮੇਧ ਜਿਹੜੇ ਯੱਗ ਕੀਤੇ ਸੀਗੇ। ਇਹ ਇੰਪੋਰਟੈਂਟ ਹੈ, ਨੋਟ ਕਰ ਲਿਓ ਕਿ ਪੁਸ਼ਯਾਮਿੱਤਰ ਨੇ ਜਿਹੜੇ 2 ਯੱਗ ਜਿਹੜੇ ਕੀਤੇ ਸੀਗੇ। ਸੋ ਮੱਧ ਪ੍ਰਦੇਸ਼ ਦੇ ਵਿੱਚ ਪਰਹਰਤ ਸਤੂਪ ਉਸ ਨੇ ਬਣਾਇਆ ਸੀਗਾ, ਉਸ ਦੇ ਸਮੇਂ ਬਣਾਇਆ ਗਿਆ ਸੀਗਾ। ਔਰ ਉਸ ਦੇ ਬਾਅਦ ਉਸ ਦਾ ਪੁੱਤਰ ਅਗਨੀਮਿੱਤਰ ਜਿਹੜਾ ਰਾਜਾ ਬਣਿਆ ਸੀਗਾ। ਛੇਤੀ ਹੀ ਜਿਹੜਾ ਸੁੰਗਵੰਸ਼ ਸੀਗਾ ਉਸ ਦਾ ਵੀ ਪਤਨ ਜਿਹੜਾ ਉਹ ਸ਼ੁਰੂ ਹੋ ਗਿਆ ਸੀਗਾ। ਠੀਕ ਹੈ ਜੀ। ਸੋ ਇਸੇ ਤਰੀਕੇ ਦੇ ਨਾਲ ਜਿਹੜਾ ਕੀ ਹੈ ਚੈਪਟਰ ਹੈ ਜਿਹੜਾ ਉਹ ਕੰਪਲੀਟ ਹੋ ਜਾਂਦਾ ਹੈ। ਸੋ ਆਸ ਕਰਦਾ ਕਿ ਇਸ ਚੈਪਟਰ ਸਭ ਦੇ ਲਈ ਹੈਲਪਫੁਲ ਹੋਵੇਗਾ, ਸਭ ਨੂੰ ਕੁਛ ਨਾ ਕੁਛ ਜ਼ਰੂਰ ਸਿੱਖਣ ਨੂੰ ਮਿਲਿਆ ਹੋਵੇਗਾ। ਸੋ ਜੇਕਰ ਵੀਡੀਓ ਅੱਛੀ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ, ਔਰ ਅਗਰ ਜੇਕਰ ਕਿਸੇ ਨੂੰ ਕੋਈ ਕਮੀ ਪੇਸ਼ੀ ਲੱਗਦੀ ਹੈ ਤਾਂ ਉਹ ਆਪਣੇ ਜਿਹੜੇ ਸੁਝਾਅ ਨੇ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੇ ਕਿ ਕਿਸ ਤਰੀਕੇ ਨਾਲ ਆਪਾਂ ਹੋਰ ਜਿਹੜਾ ਵਧੀਆ ਤੁਹਾਡੇ ਲਈ ਵੀਡੀਓ ਬਣਾ ਕੇ ਲੈ ਕੇ ਆਈਏ, ਜੇਕਰ ਕਿਸੇ ਨੂੰ ਕੋਈ ਕਮੀ ਨਜ਼ਰ ਆਉਂਦੀ ਹੈ। ਠੀਕ ਹੈ ਜੀ, ਥੈਂਕ ਯੂ ਵੈਰੀ ਮੱਚ।